ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖਿਆ ਹੋਇਆ ਗੁਰਬਾਣੀ ਵਿਚਾਰ ਦਾ ਲੇਖ ਪੜ੍ਹ ਰਹੇ ਹਾਂ ਜੀ। ਵਿਸ਼ਾ ਹੈ ਕਰਾਮਾਤ। ਆਓ ਸਾਰੇ ਧਿਆਨ ਨਾਲ ਸੁਣੀਏ। ਜਦ ਕੋਈ ਅਨੋਖੀ ਜਾਂ ਅਨਹੋਣੀ ਗੱਲ ਵਾਪਰਦੀ ਹੈ ਤਾਂ ਉਸ ਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਹਾਂਜੀ, ਜਦ ਕੋਈ ਅਨੋਖੀ ਜਾਂ ਅਨਹੋਣੀ ਗੱਲ ਵਾਪਰਦੀ ਹੈ ਤਾਂ ਉਸ ਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਹੇਠਲੇ ਪੱਖਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ। ਪਹਿਲਾ ਹੈ ਸਾਡੀ ਮਾਨਸਿਕ ਅਵਸਥਾ, ਦੂਸਰਾ ਕੁਦਰਤੀ ਕੌਤਕ ਜਾਂ ਇਲਾਹੀ ਕਰਾਮਾਤ, ਤੀਸਰਾ ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ, ਚੌਥਾ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਅਤੇ ਪੰਜਵਾਂ ਆਤਮਿਕ ਸ਼ਕਤੀ ਦੇ ਕ੍ਰਿਸ਼ਮੇ। ਪਹਿਲਾ, ਸਾਡੀ ਮਾਨਸਿਕ ਅਵਸਥਾ। ਸਾਡੇ ਉੱਤੇ ਬਾਹਰਲੇ ਅਚੰਭੇ ਜਾਂ ਕਰਾਮਾਤ ਦਾ ਅਸਰ ਸਾਡੀ ਮਾਨਸਿਕ ਅਵਸਥਾ ਅਨੁਸਾਰ ਹੁੰਦਾ ਹੈ। ਜਦ ਬੱਚਾ ਜੰਮਦਾ ਹੈ ਤੇ ਅੱਖਾਂ ਖੋਲ੍ਹਦਾ ਹੈ ਤਾਂ ਉਸ ਨੂੰ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਨਵੀਨ ਅਨੋਖਾ ਪ੍ਰਤੀਤ ਹੁੰਦਾ ਹੈ ਤੇ ਉਸ ਦੇ ਚਿਹਰੇ ਉੱਤੇ ਹੈਰਾਨੀ ਜਾਂ ਅਚੰਭੇ ਵਾਲੀ ਅਵਸਥਾ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦੇ ਮਨ ਦੀ ਫਿਲਮ ਬਿਲਕੁਲ ਕੋਰੀ ਹੁੰਦੀ ਹੈ ਤੇ ਉਹ ਬੱਚਾ ਭੋਲਾ ਹੁੰਦਾ ਹੈ। ਉਸ ਦੀ ਮਾਨਸਿਕ ਫਿਲਮ ਤੇ ਜੋ ਪਹਿਲਾ ਅਕਸ ਪੈਂਦਾ ਹੈ ਉਹ ਹੀ ਬੱਚੇ ਲਈ ਨਵੀਨ ਅਨੋਖੀ ਹੈਰਾਨ ਕਰਨ ਵਾਲੀ ਕਰਾਮਾਤ ਜਾਪਦੀ ਹੈ। ਕੁਝ ਦੇਰ ਬਾਅਦ ਬੱਚੇ ਦੀ ਇਸ ਦ੍ਰਿਸ਼ ਨਾਲ ਜਾਣ ਪਹਿਚਾਣ ਹੋ ਜਾਂਦੀ ਹੈ। ਫਿਰ ਇਹ ਦ੍ਰਿਸ਼ ਉਸ ਲਈ ਨਵੀਨ ਅਨੋਖਾ ਨਹੀਂ ਰਹਿੰਦਾ ਤੇ ਉਸ ਦੀ ਹੈਰਾਨੀ ਵੀ ਨਹੀਂ ਰਹਿੰਦੀ। ਇਸੇ ਤਰ੍ਹਾਂ ਪਿਛੜੇ ਹੋਏ ਇਲਾਕਿਆਂ ਵਿੱਚ ਜਦ ਪਹਿਲਾਂ ਲਾਲਟੈਨ, ਸਾਈਕਲ, ਮੋਟਰ, ਬਿਜਲੀ, ਰੇਲ ਗੱਡੀ, ਹਵਾਈ ਜਹਾਜ਼ ਆਦਿ ਗਏ ਤਾਂ ਇਹ ਨਵੀਨ ਅਨੋਖੇ ਦ੍ਰਿਸ਼ ਉੱਥੇ ਦੀ ਜਨਤਾ ਲਈ ਹੈਰਾਨਕੁਨ ਕਰਾਮਾਤ ਪ੍ਰਤੀਤ ਹੋਏ। ਅੱਜ ਕੱਲ੍ਹ ਵੀ ਵਿਗਿਆਨ ਦੀ ਇਤਨੀ ਤਰੱਕੀ ਹੋ ਗਈ ਹੈ ਕਿ ਨਿਤ ਨਵੀਆਂ ਕਾਢਾਂ ਨਿਕਲ ਰਹੀਆਂ ਹਨ। ਇਹ ਸਾਡੀ ਸਧਾਰਨ ਬੁੱਧੀ ਲਈ ਨਵੀਨ ਅਨੋਖੀਆਂ ਹੈਰਾਨ ਕਰਨ ਵਾਲੀਆਂ ਕਰਾਮਾਤਾਂ ਜਾਂ ਕੌਤਕ ਪ੍ਰਤੀਤ ਹੁੰਦੇ ਹਨ, ਪਰ ਸਹਿਜੇ ਸਹਿਜੇ ਜਦ ਸਾਡੀ ਬਿਰਤੀ ਇਹਨਾਂ ਦ੍ਰਿਸ਼ਾਂ ਨਾਲ ਹੰਡ ਜਾਂਦੀ ਹੈ ਤਾਂ ਉਹੀ ਦ੍ਰਿਸ਼ ਸਾਡੇ ਲਈ ਸਧਾਰਨ ਹੋ ਜਾਂਦੇ ਹਨ। ਹਾਂਜੀ, ਦੂਸਰਾ ਹੈ ਕੁਦਰਤ ਦੇ ਇਲਾਹੀ ਕੌਤਕ। ਕੁਦਰਤ ਵਿੱਚ ਇਲਾਹੀ ਹੁਕਮ ਅਨੁਸਾਰ ਨਿਤਾ ਪ੍ਰਤੀ ਨਿਮਕ ਬੇਅੰਤ ਅਨੋਖੇ ਕੌਤਕ ਜਾਂ ਕਰਾਮਾਤਾਂ ਵਰਤ ਰਹੀਆਂ ਹਨ, ਪਰ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦਿਆਂ ਦੇਖ ਕੇ ਅਸੀਂ ਇਤਨੇ ਹੰਡ ਗਏ ਹਾਂ ਕਿ ਇਹਨਾਂ ਦਾ ਵਾਪਰਨਾ ਸਾਡਾ ਲਈ ਸਧਾਰਨ ਹੋ ਗਿਆ ਹੈ ਤੇ ਇਹਨਾਂ ਵਿੱਚ ਸਾਨੂੰ ਕੋਈ ਅਨੋਖਾਪਨ ਜਾਂ ਕੌਤਕ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਸਾਡੇ ਮਨ ਨੂੰ ਮਾਇਕੀ ਰੰਗਣ ਦੀ ਪਾਣ ਇਤਨੀ ਗੂੜੀ ਚੜ੍ਹ ਗਈ ਹੈ ਕਿ ਅਸੀਂ ਇਹਨਾਂ ਸੂਖਮ ਕੁਦਰਤੀ ਕੌਤਕਾਂ ਨੂੰ ਸਮਝਣ, ਵਿਚਾਰਨ ਅਤੇ ਅਨੁਭਵ ਕਰਨ ਤੋਂ ਅਸਮਰੱਥ ਹੋ ਗਏ ਹਾਂ। ਉਦਾਹਰਣ ਵਜੋਂ ਗੁਲਾਬ ਦੇ ਬੂਟੇ ਦੇ ਪੁੰਗਰਨ ਤੋਂ ਲੈ ਕੇ ਫੁੱਲ ਦੇ ਖਿੜਨ ਤੱਕ ਅਨੇਕਾਂ ਕੁਦਰਤੀ ਕੌਤਕ ਵਰਤਦੇ ਹਨ। ਇਸ ਦੀਆਂ ਖਾਸ ਕਿਸਮ ਦੀਆਂ ਟਾਹਣੀਆਂ ਤੇ ਪੱਤੇ ਹੁੰਦੇ ਹਨ ਤੇ ਉਹਨਾਂ ਦੇ ਬਚਾਓ ਲਈ ਕੰਡੇ ਉਗਦੇ ਹਨ। ਫਿਰ ਡੋਡੀਆਂ ਲੱਗਦੀਆਂ ਹਨ। ਇਹ ਡੋਡੀਆਂ ਵੱਧਦੀਆਂ ਹੋਈਆਂ ਜਦ ਜੋਬਨ ਤੇ ਆਉਂਦੀਆਂ ਹਨ ਤਾਂ ਖਿੜਦੀਆਂ ਹਨ। ਇਸ ਤਰ੍ਹਾਂ ਫੁੱਲ ਦੀ ਹਸਤੀ ਬਣਦੀ ਹੈ, ਪਰ ਫੁੱਲ ਦੀ ਅਨੋਖੀ ਤੇ ਮਨਮੋਹਣੀ ਹਸਤੀ ਨੂੰ ਤਿਆਰ ਕਰਨ ਲਈ ਕੁਦਰਤ ਦਾ ਕਿੰਨਾ ਜ਼ੋਰ ਲੱਗਾ, ਕਿੰਨੀ ਸਿਆਣਪ ਵਰਤੀ, ਕਿੰਨੀ ਘਾਲਣਾ ਘਾਲੀ, ਕਿੰਨੀ ਰਾਖੀ ਕੀਤੀ, ਕਿੰਨੀ ਪਰਵਰਿਸ਼ ਕੀਤੀ, ਕਿੰਨੀ ਉਡੀਕ ਕੀਤੀ, ਇਸ ਦੀ ਬਾਬਤ ਸਾਨੂੰ ਸੋਚਣ ਵਿਚਾਰਨ ਦੀ ਫੁਰਸਤ ਅਥਵਾ ਲੋੜ ਹੀ ਨਹੀਂ। ਇਹ ਫੁੱਲ ਸਾਨੂੰ ਦਿਲ ਖਿੱਚਵੇਂ ਰੰਗ, ਅਨੋਖੀ ਕੋਮਲਤਾ, ਮਨਮੋਹਣੀ ਸੁਹੱਪਣਤਾ, ਮਿੱਠੀ ਮਹਿਕ ਪ੍ਰਦਾਨ ਕਰਦਾ ਹੈ, ਪਰ ਇਸ ਦੇ ਅੰਤਰੀਵ ਅਚੰਭੇ ਵਾਲੇ ਕੁਦਰਤੀ ਕੌਤਕਾਂ ਦੀ ਕੀਮਤ ਤਾਂ ਕੀ ਪਾਉਣੀ ਸੀ। ਅਸੀਂ ਤਾਂ ਇਹਨਾਂ ਦੇ ਉੱਪਰ ਦੱਸੇ ਬਾਹਰਲੇ ਗੁਣਾਂ ਨੂੰ ਮਾਨਣ ਤੋਂ ਵੀ ਬੇਪਰਵਾਹ ਹਾਂ।
ਇੱਥੇ ਹੀ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਅਸੀਂ ਆਪਣੀ ਖੁਦਗਰਜ਼ੀ ਵਿੱਚ ਤੋੜ ਕੇ ਸਜਾਵਟ ਲਈ ਵਰਤਦੇ ਹਾਂ ਜਾਂ ਤੋੜ ਮਰੋੜ ਕੇ ਪੈਰਾਂ ਹੇਠ ਲਤਾੜਦੇ ਹਾਂ ਅਤੇ ਇਸ ਤਰ੍ਹਾਂ ਫੁੱਲ ਨੂੰ ਉਸ ਦੀ ਮਾਂ ਰੂਪੀ ਟਾਹਣੀ ਨਾਲੋਂ ਤੋੜ ਕੇ ਵਿਛੋੜਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਫੁੱਲਾਂ ਨੂੰ ਉਬਾਲ ਕੇ ਇਹਨਾਂ ਦਾ ਅਰਕ ਕੱਢ ਕੇ ਆਪਣੇ ਸਵਾਰਥ ਲਈ ਵੇਚਦੇ ਹਾਂ। ਇਤਨੇ ਤਸੀਹੇ ਤੇ ਜ਼ੁਲਮ ਸਹਾਰਨ ਦੇ ਬਾਵਜੂਦ ਫੁੱਲ ਕੋਈ ਰੋਸ ਨਹੀਂ ਕਰਦਾ, ਬਲਕਿ ਆਪਣੇ ਉੱਤੇ ਅਤਿਆਚਾਰ ਕਰਨ ਵਾਲੇ ਬੰਦਿਆਂ ਨੂੰ ਵੀ ਕੁਰਬਾਨੀ ਕਰਕੇ ਆਪਣੀ ਅਨੋਖੀ ਕੀਮਤੀ ਖੁਸ਼ਬੂ ਦਿੰਦਾ ਹੈ ਤੇ ਸ਼ਿਕਾਇਤ ਨਹੀਂ ਕਰਦਾ। ਇਸ ਤਰ੍ਹਾਂ ਫੁੱਲ ਚੁੱਪ ਚੁਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਲਾਬ ਉੱਚੇ ਨੀਵੇਂ, ਪਾਪੀ ਪੁੰਨੀ, ਅਮੀਰ ਗਰੀਬ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ। ਸਾਰਿਆਂ ਨੂੰ ਇਕਸਾਰ ਆਪਣੀ ਖੁਸ਼ਬੂ ਸਹਿਜ ਸੁਭਾਏ, ਅਣਜਾਣੇ, ਚੁੱਪ ਚੁਪੀਤੇ, ਅਛੋਪ ਹੀ ਪ੍ਰਦਾਨ ਕਰੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਰਹਿਣੀ ਸਹਿਣੀ ਦੁਆਰਾ ਗੁਰਬਾਣੀ ਦੇ ਹੇਠਲੇ ਉਪਦੇਸ਼ ਕਮਾ ਰਿਹਾ ਹੈ ਤੇ ਇਹਨਾਂ ਉਪਦੇਸ਼ਾਂ ਦਾ ਬਿਨ ਬੋਲੇ ਹੀ ਪ੍ਰਚਾਰ ਕਰ ਰਿਹਾ ਹੈ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਪਰ ਸਾਡਾ ਮਨ ਮਾਇਆ ਦੇ ਜੰਗ ਨਾਲ ਇਤਨਾ ਮਨੂਰ ਹੋ ਗਿਆ ਹੈ ਕਿ ਕੁਦਰਤ ਦੇ ਸਿਰਫ ਇੱਕ ਕਿਣਕੇ ਗੁਲਾਬ ਦੀ ਚੁੱਪ ਜੀਵਨ ਕਥਾ ਨੂੰ ਸਮਝਣ, ਬੁੱਝਣ, ਵਿਚਾਰਨ ਜਾਂ ਅਨੁਭਵ ਕਰਨ ਤੋਂ ਵੀ ਅਸਮਰੱਥ ਹੈ ਤੇ ਇਹਨਾਂ ਉਪਦੇਸ਼ਾਂ ਨੂੰ ਕਮਾਉਣਾ ਤੱਕ ਕੀ ਸੀ, ਸਗੋਂ ਫੁੱਲ ਦੇ ਰਾਹੀਂ ਇਲਾਹੀ ਦਾਤਾਂ, ਰੰਗਤ, ਕੋਮਲਤਾ, ਸੁਹੱਪਣ ਅਤੇ ਖੁਸ਼ਬੂ ਮਾਣਨ ਤੋਂ ਵੀ ਵਾਂਝੇ ਜਾ ਰਹੇ ਹਾਂ। ਇਸ ਦੇ ਬਾਵਜੂਦ ਅਸੀਂ ਆਪਣੀ ਅਕਲ, ਸਿਆਣਪ, ਗਿਆਨ ਅਤੇ ਮਾਇਕੀ ਵਡੱਪਣ ਵਿੱਚ ਭੱਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਕੀ ਇਹ ਗੁਲਾਬ ਦੇ ਫੁੱਲ ਦੀ ਜੀਵਨ ਕਥਾ ਇਲਾਹੀ ਕੌਤਕ ਅਤੇ ਅਸਚਰਜ ਕਰਾਮਾਤ ਦਾ ਸੱਚਾ ਸੁੱਚਾ ਪ੍ਰਗਟਾਵਾ ਨਹੀਂ ਹੈ? ਇਸੇ ਤਰ੍ਹਾਂ ਇੱਕ ਹੋਰ ਅਚੰਭੇ ਵਾਲਾ ਉਦਾਹਰਣ ਇਨਸਾਨ ਦੀ ਹਸਤੀ ਹੈ। ਇੱਕ ਬਿੰਦ ਤੋਂ ਇਨਸਾਨ ਦੀ ਹੋਂਦ ਉਪਜੀ ਹੈ ਤੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਬੱਚਾ ਨਿਮਦਾ ਹੈ, ਮਾਂ ਦੇ ਪੇਟ ਵਿੱਚ ਬੱਚੇ ਨੂੰ ਖੁਰਾਕ ਪਹੁੰਚਦੀ ਹੈ, ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਦੇ ਸਾਰੇ ਅੰਗ ਬਣਦੇ ਹਨ, ਬੱਚੇ ਵਿੱਚ ਜੀਵਨ ਰੌਂ ਪ੍ਰਵੇਸ਼ ਹੁੰਦੀ ਹੈ, ਬੱਚੇ ਵਿੱਚ ਮਾਂ-ਬਾਪ ਦੇ ਸਾਰੇ ਸਰੀਰਕ ਅਤੇ ਮਾਨਸਿਕ ਤੱਤਾਂ ਦਾ ਪ੍ਰਤੀਬਿੰਬ ਪੈਂਦਾ ਹੈ। ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ 9 ਮਹੀਨੇ ਬੱਚਾ ਕੈਦ ਰਹਿੰਦਾ ਹੈ। ਬੱਚੇ ਦਾ ਕੋਮਲ ਲੋਥੜਾ ਮਾਂ ਦੇ ਕੋਹਥੜੇ ਹਿੱਸੇ ਵਿੱਚ ਪੁੱਠਾ ਟੰਗਿਆ ਰਹਿੰਦਾ ਹੈ ਅਤੇ ਫਿਰ ਬੱਚੇ ਦੇ ਪੈਦਾ ਹੋਣ ਦੇ ਮਗਰੋਂ ਉਸ ਦੇ ਸਰੀਰ ਦੇ ਵਧਣ ਫੁੱਲਣ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ। ਜਦ ਕੁਝ ਵੱਡਾ ਹੁੰਦਾ ਹੈ ਤਾਂ ਮਾਂ ਦੇ ਦੁੱਧ ਤੋਂ ਇਲਾਵਾ ਖੁਰਾਕ ਖਾਣ ਲਈ ਦੰਦ ਨਿਕਲਦੇ ਹਨ। ਉਮਰ ਅਨੁਸਾਰ ਬੱਚੇ ਦਾ ਸਰੀਰ, ਬੋਲੀ, ਬੁੱਧੀ ਆਦਿ ਪ੍ਰਫੁੱਲਤ ਹੁੰਦੀ ਜਾਂਦੀ ਹੈ। ਜਵਾਨੀ ਵਿੱਚ ਵਿਸ਼ੇ ਵਿਕਾਰਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਅਸਰ ਹੇਠ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਅਖੀਰ ਵਿੱਚ ਬੁੱਢਾ ਹੋ ਕੇ ਸਾਰੇ ਅੰਗ ਖਿਰ ਜਾਂਦੇ ਹਨ ਤੇ ਮੌਤ ਆ ਜਾਂਦੀ ਹੈ। ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ ਤੇ ਇਸ ਨੂੰ ਆਪਣੀਆਂ ਬੇਅੰਤ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਇਨਸਾਨ ਸਰੀਰਕ, ਮਾਨਸਿਕ ਅਤੇ ਆਤਮਿਕ ਸਤਹ ਤੇ ਬੇਅੰਤ ਤਰੱਕੀ ਕਰ ਸਕਦਾ ਹੈ। ਇਸ ਤਰੱਕੀ ਦਾ ਕੋਈ ਹੱਦ ਬੰਨਾ ਨਹੀਂ ਹੈ, ਇੱਥੋਂ ਤਾਈਂ ਕਿ ਇਨਸਾਨ ਦੀ ਪਰਵਿਰਤ ਜੋਤ
ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਹਾਂਜੀ, ਇਨਸਾਨ ਦੀ ਪਰਵਿਰਤ ਜੋਤ ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਇਨਸਾਨ ਦੀ ਉੱਪਰ ਦੱਸੀ ਜੀਵਨ ਕਥਾ ਅਤੇ ਇਸ ਦੀ ਤਰੱਕੀ ਲਈ ਅਸੀਮਤ ਵਿਸ਼ਾਲਤਾ ਦਾ ਵਿਰਸਾ ਆਪਣੇ ਆਪ ਵਿੱਚ ਅਤਿਅੰਤ ਅਚੰਭਾ ਤੇ ਅਚਰਜ ਕਰਾਮਾਤ ਹੈ। ਇਸੇ ਤਰ੍ਹਾਂ ਕੁਦਰਤ ਦੇ ਜ਼ਰੇ ਦੀਆਂ ਭਿੰਨ ਗੁਪਤ ਜੀਵਨ ਕਹਾਣੀਆਂ ਵੀ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਇਹ ਕੁਦਰਤੀ ਕੌਤਕ ਅਤੇ ਕਰਾਮਾਤਾਂ ਖਿੰਨ ਪਲ ਸਾਡੇ ਉਦਾਲੇ ਪੁਦਾਲੇ ਸਦੀਵੀਂ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ। ਪਰ ਅਸੀਂ ਇਹਨਾਂ ਤੋਂ ਬੇਪਰਵਾਹ, ਅਣਜਾਣ, ਢੀਠ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹੱਸਮਈ ਦਰਸ਼ਨਾਂ, ਅਚਰਜ ਕੌਤਕਾਂ, ਬਿਸਮਾਦੀ ਅਚੰਬੇ, ਕਰਾਮਾਤਾਂ, ਮਨਮੋਹਣੀ ਸੁੰਦਰਤਾ ਦੇ ਬੁੱਝਣ, ਪਹਿਚਾਨਣ, ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਅ ਹੀ ਨਹੀਂ ਅਤੇ ਲੋੜ ਵੀ ਨਹੀਂ। ਇਸ ਤਰ੍ਹਾਂ ਅਸੀਂ ਆਪਣੀ ਹੀ ਅਣਗਹਿਲੀ ਅਤੇ ਢੀਠਤਾਈ ਦੀ ਵਜ੍ਹਾ ਨਾਲ ਇਹਨਾਂ ਦੇ ਅਹਿਲਾਦੀ, ਰਹੱਸਮਈ, ਬਿਸਮਾਦੀ ਰੰਗ ਰਸ ਚਾਓ ਤੋਂ ਵਾਂਝੇ ਤੇ ਦੂਰ ਜਾ ਰਹੇ ਹਾਂ। ਤੀਸਰਾ ਹੈ ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ। ਰੱਬ ਨੇ ਇਨਸਾਨ ਨੂੰ ਬੇਅੰਤ ਸ਼ਕਤੀ ਬਖਸ਼ੀ ਹੈ। ਇਸ ਨਾਲ ਉਹ ਨਿਤ ਨਵੀਆਂ ਵਿਗਿਆਨਕ ਕਾਢਾਂ ਕੱਢ ਰਿਹਾ ਹੈ ਅਤੇ ਹੈਰਾਨ ਕਰਨ ਵਾਲੇ ਕ੍ਰਿਸ਼ਮੇ ਨਿਤਾ ਪ੍ਰਤੀ ਦੇਖਣ ਜਾਂ ਸੁਣਨ ਵਿੱਚ ਆ ਰਹੇ ਹਨ। ਪੁਲਾੜ ਵਿੱਚ ਸਫ਼ਰ ਕਰ ਰਹੇ ਹਾਂ, ਚੰਦ ਉੱਤੇ ਜਾ ਆਏ ਹਾਂ, ਆਕਾਸ਼ ਅਤੇ ਪਤਾਲ ਦੇ ਗੁੱਝੇ ਭੇਦਾਂ ਦੀ ਖੋਜ ਕਰ ਰਹੇ ਹਾਂ, ਦੂਰ ਦਰਾਡੇ ਬੈਠ ਕੇ ਗੱਲਬਾਤ ਕਰ ਰਹੇ ਹਾਂ, ਸੂਖਮ ਤੇ ਗੁੰਝਲਦਾਰ ਦਿਮਾਗੀ ਕੰਮ ਕੰਪਿਊਟਰਸ ਤੋਂ ਲੈ ਰਹੇ ਹਾਂ, ਕੁਦਰਤ ਦੀ ਡੂੰਘੀ ਖੋਜ ਦੁਆਰਾ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੇ ਸੁੱਖ ਅਤੇ ਖੁਦਗਰਜ਼ੀ ਲਈ ਅਨੇਕਾਂ ਨਵੇਂ ਤੋਂ ਨਵੇਂ ਸਾਧਨ ਬਣਾ ਲਏ ਹਨ, ਦੁਸ਼ਮਣਾਂ ਨੂੰ ਤਬਾਹ ਕਰਨ ਲਈ ਨਵੇਂ ਤੋਂ ਨਵੇਂ ਅਤਿਅੰਤ ਮਾਰੂ ਹਥਿਆਰ, ਡਿਸਟਰਕਟਿਵ ਵੈਪਨਸ, ਮਿਜ਼ਾਈਲਸ, ਕੈਮੀਕਲ ਵਾਰਹੈਡਸ ਐਕਸੈਟਰਾ ਬਣਾ ਲਏ ਹਨ। ਉੱਪਰ ਦੱਸੀਆਂ ਵਿਗਿਆਨਕ ਕਾਢਾਂ ਤੇ ਹੋਰ ਅਨੇਕਾਂ ਵਿਗਿਆਨਕ ਖੋਜਾਂ ਦੇ ਨਤੀਜੇ ਅਤਿਅੰਤ ਅਚੰਭੇ ਵਾਲੇ ਦਿਮਾਗੀ ਕ੍ਰਿਸ਼ਮੇ ਜਾਂ ਕਰਾਮਾਤਾਂ ਹਨ। ਪਰ ਇਹਨਾਂ ਕ੍ਰਿਸ਼ਮਿਆਂ ਨੇ ਜਿੱਥੇ ਸਾਨੂੰ ਅਤਿਅੰਤ ਸੁੱਖ ਤੇ ਲਾਭ ਪਹੁੰਚਾਏ ਹਨ, ਉੱਥੇ ਬਹੁਤ ਦੁੱਖ ਅਤੇ ਜ਼ੁਲਮ ਦੇ ਕਾਰਨ ਵੀ ਬਣੇ ਹਨ। ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਤੇ ਗਵਾਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਬਾਹਰਮੁਖੀ ਅਚੰਭੇ ਵਾਲੇ ਕ੍ਰਿਸ਼ਮਿਆਂ ਦੀ ਖੋਜ ਆਤਮਿਕ ਖੋਜ ਦੀ ਕੀਮਤ ਤੇ ਕਰ ਰਹੇ ਹਾਂ। ਹਾਂਜੀ, ਬਾਹਰਮੁਖੀ ਅਚੰਭੇ ਵਾਲੇ ਕ੍ਰਿਸ਼ਮਿਆਂ ਦੀ ਖੋਜ ਆਤਮਿਕ ਖੋਜ ਦੀ ਕੀਮਤ ਤੇ ਕਰ ਰਹੇ ਹਾਂ। ਭਾਵੇਂ ਅਸੀਂ ਆਪਣੀ ਤੀਖਣ ਬੁੱਧੀ ਨਾਲ ਬੜੀਆਂ ਅਚੰਭੇ ਵਾਲੀਆਂ ਕਰਾਮਾਤਾਂ ਰਚ ਕੇ ਆਫਰੇ ਫਿਰਦੇ ਹਾਂ, ਪਰ ਤ੍ਰੈਗੁਣੀ ਮਾਇਆ ਦੀ ਮਨਮੋਹਣੀ ਪ੍ਰਾਪਤੀ ਦੇ ਖਿੰਨ ਭੰਗਰ ਰਸ ਅਤੇ ਸੁੱਖ ਵਿੱਚ ਸਦੀਵੀ ਅਬਨਾਸੀ ਪ੍ਰੀਤ, ਪ੍ਰੇਮ, ਪਿਆਰ, ਰਸ, ਚਾਓ, ਸ਼ਾਂਤੀ ਦੀ ਇਲਾਹੀ ਵਿਰਾਸਤ ਨੂੰ ਉੱਕਾ ਹੀ ਭੁੱਲ ਗਏ ਹਾਂ ਜਾਂ ਅਵੇਸਲੇ ਹੋ ਗਏ ਹਾਂ। ਹਾਂਜੀ, ਚੌਥਾ ਹੈ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਵਿਗਿਆਨ ਦੁਆਰਾ ਸਿੱਧ ਹੋ ਗਿਆ ਹੈ ਕਿ ਇਹ ਸੰਸਾਰ ਇਲਾਹੀ ਕੁਆਓ ਤੋਂ ਉਪਜਿਆ ਤੇ ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਹੀ ਮੁੱਢਲਾ ਬੀਜ ਹੈ। ਖਿਆਲਾਂ ਦੇ ਤੀਬਰ, ਤੀਖਣ ਅਤੇ ਇਕਾਗਰ ਹੋਣ ਨਾਲ ਇਹਨਾਂ ਖਿਆਲਾਂ ਅੰਦਰ ਸ਼ਕਤੀ ਉਪਜਦੀ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾ ਸਕਦਾ ਹੈ। ਆਤਸੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਵੱਡੀ ਗੂੜੀ ਕਿਰਨ ਬਣ ਜਾਂਦੀ ਹੈ।
ਇਸ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸੂਰਜ ਦੀਆਂ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਬਿਰਤੀਆਂ ਤੇ ਸਹੀ ਘਟਦਾ ਹੈ। ਜਿਉਂ-ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਹਾਂਜੀ, ਜਿਉਂ-ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸ ਮਾਨਸਿਕ ਸ਼ਕਤੀ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਹੈ ਨਜ਼ਰ ਲੱਗਣੀ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ, ਇੰਟੈਂਸ ਜੈਲਸੀ ਜਾਂ ਹੋਰ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਇਹਨਾਂ ਨੀਵੇਂ ਖਿਆਲਾਂ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਸਧਾਰਨ ਤੌਰ ਤੇ ਮੰਨਿਆ ਜਾ ਸਕਦਾ ਹੈ, ਤਾਂ ਉੱਤਮ ਜਾਂ ਦੈਵੀ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ ਵਰ, ਕਰਾਮਾਤਾਂ, ਰਿੱਧੀਆਂ ਸਿੱਧੀਆਂ ਵੀ ਸਮਝਣਯੋਗ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਸਿਰਫ ਮਨ ਦੀ ਇਕਾਗਰਤਾ ਜਾਂ ਖਿਆਲਾਂ ਦੀ ਤੀਖੜਤਾ ਦੇ ਹੀ ਨਤੀਜੇ ਹਨ। ਦੂਸਰੀ ਉਦਾਹਰਣ, ਸਵਾਮੀ ਵਿਵੇਕਾਨੰਦ ਨੇ ਇਸ ਮਾਨਸਿਕ ਸ਼ਕਤੀ ਦੀ ਬਾਬਤ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਬਹੁਤ ਸੋਹਣਾ ਚਾਨਣਾ ਪਾਇਆ ਹੈ। ਜਦ ਉਹ ਕਾਲਜ ਵਿੱਚ ਪੜ੍ਹਦੇ ਸਨ ਤਾਂ ਕੁਝ ਹੋਰ ਮਨਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ ਅਤੇ ਉਸ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਸ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ, ਆਪੋ ਆਪਣੇ ਮਨ ਭਾਉਂਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ ਤੇ ਲਿਖ ਕੇ ਆਪੋ ਆਪਣੀ ਜੇਬ ਵਿੱਚ ਪਾ ਲੈਣ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਨੂੰ ਕਿਹਾ ਤੇ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਉਹ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਾ ਹੋਇਆ ਸੀ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੀ ਚਿਤਵਨੀ ਅਨੁਸਾਰ ਫਲ ਚੁਣ ਕੇ ਖਾਓ, ਪਰ ਵਿਦਿਆਰਥੀ ਜਾਦੂ ਦੇ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਨੂੰ ਤਸੱਲੀ ਦਵਾਈ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦ ਉਹਨਾਂ ਦੇਖਿਆ ਕਿ ਇਹ ਫਲ ਬੇਰੁੱਤੇ ਤੇ ਵਿਦੇਸ਼ੀ ਹਨ ਅਤੇ ਬਿਲਕੁਲ ਤਾਜ਼ੇ ਹਰੇ ਪੱਤਿਆਂ ਤੇ ਟਾਹਣੀਆਂ ਸਮੇਤ ਹਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਇਹ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਕਿਸੇ ਰਮਤੇ ਸਾਧੂ ਨੇ ਸਿਖਾਈ ਸੀ। ਉਹ ਆਪ ਤਾਂ ਸਧਾਰਨ ਗ੍ਰਸਤੀ ਬੰਦਾ ਹੈ, ਸਾਧੂ ਸੰਤ ਜਾਂ ਭਗਤ ਨਹੀਂ। ਵਿਵੇਕ ਬੁੱਧੀ ਦੀ ਅਣਹੋਂਦ ਕਾਰਨ, ਵਿਵੇਕ ਬੁੱਧੀ ਦੀ ਅਣਹੋਂਦ ਕਾਰਨ ਅਸੀਂ ਇਹਨਾਂ ਅਚੰਭਤ ਕਰਨ ਵਾਲੇ ਕ੍ਰਿਸ਼ਮਿਆਂ ਦੇ ਗੁੱਝੇ ਭੇਦਾਂ ਨੂੰ ਸਮਝਣ ਤੋਂ ਅਸਮਰੱਥ ਹਾਂ ਅਤੇ ਹਰ ਇੱਕ ਅਸਧਾਰਨ, ਵਿਲੱਖਣ, ਗੈਰ ਕੁਦਰਤੀ ਕ੍ਰਿਸ਼ਮੇ ਨੂੰ ਧਾਰਮਿਕ ਜਾਂ ਆਤਮਿਕ ਰੰਗ ਚਾੜ ਦਿੰਦੇ ਹਾਂ। ਇਸ ਤਰ੍ਹਾਂ ਇਹ ਅਚੰਭੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਸਾਡੇ ਲਈ ਧਾਰਮਿਕ ਜਾਂ ਆਤਮਿਕ ਅਵਸਥਾ ਦੇ ਮਾਪ ਜਾਂ ਕਸਵੱਟੀ ਬਣ ਗਏ ਹਨ। ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਵੇ, ਉਤਨੇ ਹੀ ਅਸੀਂ ਧਾਰਮਿਕ ਤੌਰ ਤੇ ਪ੍ਰਭਾਵਿਤ ਹੋ ਕੇ ਉਸ ਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ
ਇਹ ਅਚੰਭੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਨਿਰੋਲ ਖਿਆਲਾਂ ਦੀ ਇਕਾਗਰਤਾ ਤੋਂ ਉਪਜੀ ਮਾਨਸਿਕ ਸ਼ਕਤੀ ਦਾ ਹੀ ਪ੍ਰਗਟਾਵਾ ਹਨ। ਸਾਰੀ ਕੁਦਰਤ ਰੱਬੀ ਕੁਆਓ ਦੁਆਰਾ ਇਲਾਹੀ ਜੀਵਨ ਰੌਂ ਵਿੱਚੋਂ ਉਪਜੀ ਤੇ ਚੱਲ ਰਹੀ ਹੈ। ਜਦ ਅਸੀਂ ਇਕਾਗਰ ਹੋਏ ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੌਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ। ਹਾਂਜੀ, ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੌਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ, ਜੋ ਕਿ ਗੈਰ ਕੁਦਰਤੀ, ਹਾਨੀਕਾਰਕ ਅਤੇ ਰੱਬੀ ਭਾਣੇ ਦੇ ਉਲਟ ਹੈ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਣੇ ਅਗਿਆਨਤਾ ਦੁਆਰਾ ਇਹਨਾਂ ਕਰਾਮਾਤਾਂ ਜਾਂ ਰਿੱਧੀਆਂ ਸਿੱਧੀਆਂ ਨੂੰ ਧਾਰਮਿਕ ਰੰਗਣ ਚਾੜ ਦਿੱਤੀ ਹੈ, ਆਤਮਿਕ ਦਰਜਾ ਦਿੱਤਾ ਹੋਇਆ ਹੈ, ਧਾਰਮਿਕ ਜਾਂ ਆਤਮਿਕ ਅਵਸਥਾ ਦੀ ਝੂਠੀ ਕਸਵੱਟੀ ਬਣਾਈ ਹੋਈ ਹੈ, ਆਪਣੇ ਮਾਇਕੀ ਜਾਂ ਧਾਰਮਿਕ ਸਵਾਰਥ ਲਈ ਵਰਤਦੇ ਹਾਂ, ਆਪਣੀ ਮਸ਼ਹੂਰੀ ਅਤੇ ਪ੍ਰਭਤਾ ਲਈ ਇਸ਼ਤਿਹਾਰਬਾਜ਼ੀ ਦਾ ਜ਼ਰੀਆ ਬਣਾ ਦਿੱਤਾ ਹੈ, ਧਾਰਮਿਕ ਜਾਂ ਆਤਮਿਕ ਜਗਿਆਸਾ ਦਾ ਅੰਤ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਆਪਣੀ ਹਉਮੈ ਨੂੰ ਪਾਲਣ ਪੋਸਣ ਲਈ ਖੁਰਾਕ ਬਣਾ ਲਿਆ ਹੈ, ਚੇਲੇ ਬਣਾਉਣ ਤੇ ਵਧਾਉਣ ਦਾ ਵਿਸ਼ੇਸ਼ ਸਾਧਨ ਬਣਾ ਲਿਆ ਹੈ, ਆਪਣੇ ਠਾਠ ਬਾਠ ਅਤੇ ਪ੍ਰਭਤਾ ਲਈ ਸੌਖਾ ਅਤੇ ਅਸਰਦਾਰ ਜ਼ਰੀਆ ਹੈ। ਚੰਗੀ ਤਰ੍ਹਾਂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਭ ਅਚੰਭੇ ਵਾਲੇ ਕ੍ਰਿਸ਼ਮੇ, ਨਾਟਕ ਚੇਟਕ, ਰਿੱਧੀਆਂ ਸਿੱਧੀਆਂ, ਕਰਾਮਾਤਾਂ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਹਉਮੈ ਦਾ ਹੀ ਖੇਲ ਅਖਾੜਾ ਅਤੇ ਕੂੜ ਕਿਰਿਆ ਹੈ, ਜੋ ਕਿ ਪਰਮਾਰਥ ਅਤੇ ਆਤਮਿਕ ਜਗਿਆਸਾ ਦੇ ਮਾਰਗ ਵਿੱਚ ਵੱਡੀ ਰੁਕਾਵਟ ਹੈ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਦਾ ਇਉਂ ਨਕਸ਼ਾ ਖਿੱਚਿਆ ਹੈ। ਬਿਨ ਨਾਵੇਂ ਪੈਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਮਨ ਵਸੈ, ਏਹਾ ਸਿੱਧ ਏਹਾ ਕਰਮਾਤ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਤਿਹਾਸ ਵਿੱਚ ਰਿੱਧੀਆਂ ਸਿੱਧੀਆਂ ਕਰਮਾਤਾ ਦੇ ਕਈ ਪਹਿਲਵਾਨ ਹੋ ਗੁਜ਼ਰੇ ਹਨ, ਜਿਹਾ ਕਿ ਗੋਰਖਨਾਥ, ਨੂਰ ਸ਼ਾਹ, ਵਲੀ ਕੰਧਾਰੀ, ਮੀਆਂ ਮਿੱਠਾ, ਭੰਗਰਨਾਥ ਆਦਿ। ਇਸੇ ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਈ ਮਾਨਸਿਕ ਕਰਤਵ ਪ੍ਰਚਲਿਤ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਅੰਤਰਯਾਮਤਾ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਹਾਂਜੀ, ਪੰਜਵਾਂ ਹੈ ਆਤਮਿਕ ਸ਼ਕਤੀ ਦੇ ਕ੍ਰਿਸ਼ਮੇ। ਇਸ ਲੇਖ ਦੇ ਪਿਛਲੇ ਹਿੱਸੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੀਆਂ ਸ਼ਕਤੀਆਂ ਦੇ ਪ੍ਰਗਟਾਵੇ ਦੁਆਰਾ ਅਚੰਭੇ ਵਾਲੇ ਕ੍ਰਿਸ਼ਮੇ ਅਥਵਾ ਕਰਾਮਾਤਾਂ ਦੀ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਇਲਾਹੀ ਖੇਲ ਵਿੱਚ ਦੋ ਭਿੰਨ-ਭਿੰਨ ਮੰਡਲ ਹਨ। ਪਹਿਲਾ ਹੈ ਤ੍ਰੈਗੁਣੀ ਮਾਇਕੀ ਮੰਡਲ, ਜਿਸ ਵਿੱਚ ਹਉਮੈ ਦਾ ਖੇਲ ਅਖਾੜਾ ਹੈ, ਅਤੇ ਦੂਸਰਾ ਹੈ ਆਤਮਿਕ ਮੰਡਲ, ਜਿਸ ਵਿੱਚ ਇਲਾਹੀ ਹੁਕਮ ਦੀ ਖੇਲ ਵਰਤਦੀ ਹੈ। ਹੁਣ ਅਸੀਂ ਆਤਮਿਕ ਮੰਡਲ ਦੇ ਇਲਾਹੀ ਕੌਤਕਾਂ ਜਾਂ ਕਰਾਮਾਤਾਂ ਦੀ ਵਿਚਾਰ ਕਰੀਏ, ਜਿਨ੍ਹਾਂ ਦਾ ਆਤਮਿਕ ਜਗਿਆਸੂਆਂ, ਭਗਤਾਂ, ਮਹਾਂਪੁਰਖਾਂ, ਗੁਰਮੁਖਾਂ ਦੁਆਰਾ ਸਹਿਜ ਸੁਭਾਏ ਪ੍ਰਗਟਾਵਾ ਹੁੰਦਾ ਹੈ। ਜਦ ਆਤਮਿਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਭੀ ਲਾਉਂਦੇ ਹਨ ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੂੰਹਦੀ ਹੈ। ਹਾਂਜੀ, ਜਦ ਆਤਮਿਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਭੀ ਲਾਉਂਦੇ ਹਨ ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੂੰਹਦੀ ਹੈ ਅਤੇ ਬਿਜਲੀ ਦੇ ਕਰੰਟ ਵਾਂਗ ਸਰੀਰ ਵਿੱਚ ਸ਼ਬਦ ਦੇ ਇਲਾਹੀ ਕਰੰਟ ਦੀ ਰੁਣ ਚੁਣ ਛਿੜ ਪੈਂਦੀ ਹੈ ਅਤੇ ਓਤ ਪੋਤ ਅੰਗ ਸੰਗ ਮੌਲਾ ਪ੍ਰਤੀਤ ਹੁੰਦਾ ਹੈ।
ਇਸ ਤਰ੍ਹਾਂ ਜੀਵ ਦਾ ਉਨਮਨ ਨਾਮ ਦੀ ਪੀਂਘ ਦੇ ਝੂਟੇ ਲੈਂਦਾ ਹੋਇਆ ਕਿਸੇ ਅਗੰਮੀ ਪ੍ਰੀਤ ਪ੍ਰੇਮ ਰਸ ਰੰਗ ਦੇ ਅਕਹਿ ਸਵਾਦ ਵਿੱਚ ਬਿਸਮਾਦ ਹੋ ਕੇ ਇਲਾਹੀ ਔਲਾਦ ਦੇ ਚਾਅ ਤੇ ਖੁਸ਼ੀ ਵਿੱਚ ਕਹਿ ਉੱਠਦਾ ਹੈ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। देखो अचरज पया, जह ठाकुर को सुनत अगाध बोध, सो हृदय गुरदया। साडी सुरती जद आत्मिक शक्ति दे सोमे नूं छूंदी है तां बिजली दी छो वांग साडे अंदर अनंत रब्बी शक्ति भर जांदी है। इस तरह गुरमुख जन दैवी शक्ति नाल भरपूर हो जाते हैं ते उन्हां नूं अनुभव द्वारा प्रतीत होंदा है कि सृष्टि दे जर्रे जर्रे अंदर इलाही जीवन रौं ओत-पोत होके इलाही हुक्म दी रवानगी विच चल रही है, जिस विच जीव सिर्फ रब्बी हुक्म दी प्रणाली दा एक निक्का जिहा अंश ही है। अनुभवी आत्म ज्ञान की रोशनी विच जग्यासु दा भरमगढ़ टुट जाता है ते उसनूं अंतर आत्मे प्रतीत हो जाता है कि वो अपने आप विच कोई हस्ती नहीं है, सब कुछ रब आप ही आप है। हम किछ नाही एक है ओही, किसनों कहिए नानका सब किछ आपे आप। मैं नाही कछ हों नाही, कछ आहे न मोरा। मैं नाही प्रभ सब किश तेरा। बख्शे हुए महापुरख गुरमुख प्यारियां नूं निश्चा हो जाता है कि वो तां सिर्फ हाड़ मास नाड़ी को पिंजर ही हन, जिस विच रब आप अपने हुक्म द्वारा वरत रहा है। हाँ जी, बख्शे हुए महापुरखां गुरमुख प्यारियां नूं निश्चा हो जाता है कि वो तां सिर्फ हाड़ मास नाड़ी को पिंजर ही हन, जिस विच रब अपने आप हुक्म द्वारा वरत रहा है। असी इस अपार हुक्म विच सिर्फ एक कठपुतली ही हाँ। कबीर, ना हम किया ना करेंगे, ना कर सके शरीर, क्या जानो किछ हर किया पयो कबीर कबीर। काठ की पुत्री कहाँ करे बपरी, खिलावन हारो जाने। गुरमुख जन रब दी बख्शी हुई अनंत आत्मिक शक्ति नूं रब्बी भाणे विच वरतदा है अते अपने मन दी मर्जी नाल वरतन तो संकोच करदा है। गुरमुख जन रब दी बख्शी हुई अनंत आत्मिक शक्ति नूं रब्बी भाणे विच वरतदा है अते अपने मन दी मर्जी नाल वरतन तो संकोच करदा है। मेरा किया कछु ना होए, कर है राम होए है सोए। जिथे त्रैगुणी माइकी मंडल विच जीव बड़ी घालना नाल मानसिक शक्ति प्राप्त करता है ते उस शक्ति नूं अपनी प्राप्ति ते मलकीयत समझ के वरतदा है, उत्थे आत्मक मंडल विच गुरमुख जन रब्बी आत्मिक शक्ति नूं इलाही दात समझ के रब्बी भाणे विच वरतदा है। जिस तरह रब्बी हुक्म अनुसार कुदरत दा जरा जरा भिन्न भिन्न रंगां रेखां रूपां विच कई ढंगां नाल अनंत अते अचरज इलाही कौतकां अते करमातां दे प्रगटावे विच हिस्सा लै रहा है, उसे तरह गुरमुख जन भी इलाही अचरज इलाही कौतकां ते करामातां नाल भरपूर कुदरत विच रब्बी हुक्म अनुसार अपना हिस्सा पा रहा है। इन्हां हालतां विच फर्क इलाही हुक्म दे प्रगटावे दे पिछे भावना विच है। 84 लाख जूना तां कुदरत दे रब्बी कौतकां विच अभोल ते अनजाने ही हिस्सा लै रहीआं हन। सधारण इंसान अपनी मैं मेरी दे प्रगटावे लई हिस्सा लै रहे हन, पर गुरमुख जन पूरन सोझी विच बै खरीद गोले बन के इलाही अचरज करामातां दे प्रगटावे लई अपने आप नूं रब्बी हथियार वाली दैवी भावना नाल वरतदे हन। इन्हां दोवें शक्तियां दे प्रगटावे दा निर्णय इउं हो सकदा है
ਇੱਕ ਪਾਸੇ ਹੈ ਮਾਨਸਿਕ ਸ਼ਕਤੀ, ਦੂਸਰੇ ਪਾਸੇ ਹੈ ਆਤਮਿਕ ਸ਼ਕਤੀ। ਮਾਨਸਿਕ ਸ਼ਕਤੀ ਘਾਲਣਾ ਨਾਲ ਪ੍ਰਾਪਤ ਹੁੰਦੀ ਹੈ, ਆਤਮਿਕ ਸ਼ਕਤੀ ਇਲਾਹੀ ਦਾਤ ਹੈ। ਮਾਨਸਿਕ ਸ਼ਕਤੀ ਸੀਮਤ ਹੈ, ਆਤਮਿਕ ਸ਼ਕਤੀ ਅਗਮ ਤੇ ਅਪਾਰ ਹੈ। ਮਾਨਸਿਕ ਸ਼ਕਤੀ ਆਪ ਸਵਾਰਥੀ ਹੈ, ਆਤਮਿਕ ਸ਼ਕਤੀ ਪਰਉਪਕਾਰੀ ਹੈ। ਮਾਨਸਿਕ ਸ਼ਕਤੀ ਹਉਮੈ ਨੂੰ ਪੱਠੇ ਪਾਉਣੇ ਹਨ, ਮੈਂ ਮੇਰੀ ਦਾ ਖੇਲ ਅਖਾੜਾ ਹੈ। ਆਤਮਿਕ ਸ਼ਕਤੀ ਵਿੱਚ ਹਉਮੈ ਦਾ ਅਭਾਵ ਹੈ, ਤੂੰ ਤੇਰੀ ਦੀ ਖੇਲ ਹੈ। ਮਾਨਸਿਕ ਸ਼ਕਤੀ ਆਪਣੇ ਭਾਣੇ ਵਿੱਚ ਵਰਤੀ ਜਾਂਦੀ ਹੈ, ਆਤਮਿਕ ਸ਼ਕਤੀ ਇਲਾਹੀ ਹੁਕਮ ਵਿੱਚ ਵਰਤੀ ਜਾਂਦੀ ਹੈ। ਮਾਨਸਿਕ ਸ਼ਕਤੀ ਬੰਧਨ ਰੂਪ ਹੈ, ਆਤਮਿਕ ਸ਼ਕਤੀ ਬੰਧਨ ਤੋੜ ਹੈ। ਮਾਨਸਿਕ ਸ਼ਕਤੀ ਆਤਮਿਕ ਮਾਰਗ ਵਿੱਚ ਰੁਕਾਵਟ ਹੈ, ਅਵਰਾ ਸਾਧ ਤੇ ਤ੍ਰਿਗ ਹੈ। ਆਤਮਿਕ ਸ਼ਕਤੀ ਆਤਮਿਕ ਜਗਿਆਸਾ ਵਿੱਚ ਸਹਾਇਕ ਹੈ, ਇਲਾਹੀ ਰੰਗ ਰਸ ਹੈ। ਮਾਨਸਿਕ ਸ਼ਕਤੀ ਰੱਬੀ ਹੁਕਮ ਵਿੱਚ ਵਿਘਨ ਪਾਉਣਾ ਹੈ, ਆਤਮਿਕ ਸ਼ਕਤੀ ਰੱਬੀ ਹੁਕਮ ਕਮਾਉਣਾ ਹੈ। ਮਾਨਸਿਕ ਸ਼ਕਤੀ ਰੱਬੀ ਭਾਣੇ ਤੋਂ ਬੇਸੁਰੇ ਹੋਣਾ ਹੈ ਤੇ ਆਤਮਿਕ ਸ਼ਕਤੀ ਰੱਬੀ ਭਾਣੇ ਨਾਲ ਸੁਰ ਹੋਣਾ ਹੈ। ਮਾਨਸਿਕ ਸ਼ਕਤੀ ਜੀਵ ਦੀ ਪ੍ਰਾਪਤੀ ਤੇ ਮਲਕੀਅਤ ਹੈ, ਆਤਮਿਕ ਸ਼ਕਤੀ ਜੀਵ ਖੁਦ ਇਸ ਸ਼ਕਤੀ ਦਾ ਬੈਖਰੀਦ ਗੋਲਾ ਬਣ ਜਾਂਦਾ ਹੈ। ਮਾਨਸਿਕ ਸ਼ਕਤੀ ਰੁੱਖੀ ਸੁੱਕੀ ਫੋਕੀ ਕਿਰਿਆ ਹੈ, ਈਰਖਾ ਦਵੈਤ ਸਾੜਾ ਵੈਰ ਵਿਰੋਧ ਦਾ ਕਾਰਨ ਹੈ ਤੇ ਦੂਜਾ ਭਾਵ ਹੈ। ਆਤਮਿਕ ਸ਼ਕਤੀ ਪ੍ਰੀਤ ਪ੍ਰੇਮ ਪਿਆਰ ਰਸ ਚਾਓ ਦਾ ਸੋਮਾ ਹੈ, ਸਗਲ ਹਮ ਸੰਗ ਹਮਕੋ ਬਨਿਆਈ ਹੈ, ਤੂੰ ਹੀ ਤੂੰ ਹੈ। ਮਾਨਸਿਕ ਸ਼ਕਤੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਬਲਕਿ ਇਲਾਹੀ ਸ਼ਕਤੀ ਦਾ ਅਕਸ ਹੈ। ਆਤਮਿਕ ਸ਼ਕਤੀ ਅਥਾਹ ਅਗਮ ਸਦੀਵੀ ਰੁਣ ਚੁਣ ਲਾਉਣ ਵਾਲੀ ਗੱਜਦੀ ਵਜਦੀ ਇਲਾਹੀ ਸ਼ਕਤੀ ਹੈ। ਇਸ ਉਲਟੀ ਪ੍ਰਿਮ ਖੇਲ ਨੂੰ ਕੋਈ ਵਿਰਲਾ ਗੁਰਮੁਖ ਹੀ ਅਨੁਭਵ ਦੁਆਰਾ ਜਾਣਦਾ ਬੁੱਝਦਾ ਤੇ ਮਾਣਦਾ ਹੈ। ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ ਇਤਨੇ ਪ੍ਰਭਾਵਿਤ ਅਤੇ ਕਾਇਲ ਹੋ ਗਏ ਹਾਂ ਕਿ ਇਹਨਾਂ ਮਾਨਸਿਕ ਕਰਾਮਾਤਾਂ ਹੀ ਸਾਡਾ ਪਰਮਾਰਥ ਬਣ ਗਿਆ ਹੈ। ਹਾਂਜੀ, ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ ਇਤਨੇ ਪ੍ਰਭਾਵਿਤ ਅਤੇ ਕਾਇਲ ਹੋ ਗਏ ਹਾਂ ਕਿ ਇਹ ਮਾਨਸਿਕ ਕਰਾਮਾਤਾਂ ਹੀ ਸਾਡਾ ਪਰਮਾਰਥ ਬਣ ਗਿਆ ਹੈ। ਇਹਨਾਂ ਕਰਾਮਾਤਾਂ ਦੀ ਸ਼ਕਤੀ ਹੀ ਸਾਡੇ ਲਈ ਧਾਰਮਿਕ ਮਾਪ ਜਾਂ ਕਸਵੱਟੀ ਹੈ, ਜਿਸ ਨਾਲ ਅਸੀਂ ਕਿਸੇ ਸਾਧ ਸੰਤ ਫਕੀਰ ਦੇਵੀ ਦੇਵਤੇ ਗੁਰਮੁਖ ਜਾਂ ਗੁਰੂ ਨੂੰ ਪਰਖਦੇ ਹਾਂ। ਜਦ ਅਸੀਂ ਇਹਨਾਂ ਕਰਾਮਾਤਾਂ ਦੀ ਮਨੋਕਲਪਤ ਕਸਵੱਟੀ ਨਾਲ ਗੁਰੂ ਸਾਹਿਬਾਂ ਨੂੰ ਪਰਖਦੇ ਹਾਂ ਤਾਂ ਉਹਨਾਂ ਦੀ ਅਪਰ ਅਪਾਰ ਵਡਿਆਈ ਨੂੰ ਵੀ ਆਪਣੀ ਬੁੱਧੀ ਦੀ ਸੀਮਾ ਤਾਈਂ ਸੀਮਤ ਕਰ ਦਿੰਦੇ ਹਾਂ। ਇਉਂ ਅਸੀਂ ਗੁਰੂ ਸਾਹਿਬ ਨੂੰ ਆਪਣੇ ਸਵਾਰਥ ਬੁੱਧੀ ਦੀ ਮੈਲੀ ਤੇ ਧੁੰਦਲੀ ਕਸਵੱਟੀ ਨਾਲ ਜਦ ਪਰਖਦੇ ਹਾਂ ਤਾਂ ਆਪਣੀ ਅਗਿਆਨਤਾ ਦੁਆਰਾ ਗੁਰੂ ਸਾਹਿਬ ਦੀ ਵਡਿਆਈ ਅਤੇ ਸਤਿਕਾਰ ਕਰਨ ਦੀ ਬਜਾਏ ਅਣਜਾਣੇ ਹੀ ਨਿਰਾਦਰੀ ਕਰਦੇ ਹਾਂ। ਗੁਰਪੁਰਬਾਂ ਉੱਤੇ ਤਰੀਕਾਂ ਬੰਸਾਵਲੀ ਅਤੇ ਸੁਣੀਆਂ ਸੁਣਾਈਆਂ ਕੁਝ ਕਰਾਮਾਤਾਂ ਦਾ ਹੀ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬ ਦੇ ਅਸਲੀ ਇਲਾਹੀ ਅਪਰ ਅਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਇਹ ਮਾਇਕੀ ਮੰਡਲ ਦੇ ਕੌਤਕ ਤਾਂ ਗੁਰੂ ਸਾਹਿਬ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਹਰ ਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬ ਦੇ ਇਲਾਹੀ ਜੀਵਨ ਦੇ ਅਪਰ ਅਪਾਰ ਆਤਮਿਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਨਹੀਂ, ਦਾਤ ਲਈ ਭਾਂਡਾ ਨਹੀਂ। ਸਤਿਗੁਰੂ ਆਪ ਹੀ ਅਚਰਜ ਰੂਪ ਹਨ, ਬਿਸਮਾਦ ਰੂਪ ਹਨ, ਅਨੰਦ ਬਿਨੋਦੀ ਹਨ, ਪ੍ਰੇਮ ਪੁਰਖ ਹਨ, ਵਾਹੋ ਵਾਹੋ ਹਨ ਅਤੇ ਸੂਰਜ ਦੀਆਂ ਕਿਰਨਾਂ ਵਾਂਗ ਉਹਨਾਂ ਦਾ ਇਲਾਹੀ ਪ੍ਰਕਾਸ਼ ਨਦਰ ਕਰਮ ਬਖਸ਼ਿਸ਼ ਗੁਰਪ੍ਰਸਾਦ ਇਲਾਹੀ ਕਿਰਨਾਂ ਰਾਹੀਂ ਖਿਨ ਖਿਨ ਪਲ ਪਲ ਨਿਮਕ ਨਿਮਕ ਜੁਗੋ ਜੁਗ ਸਦੀਵੀ ਹੁੰਦਾ ਰਹਿੰਦਾ ਹੈ।
ਇਨ੍ਹਾਂ ਗੁਪਤ ਅੰਤਰ ਆਤਮਿਕ ਇਲਾਹੀ ਕਿਰਮਾਂ ਦੇ ਅਚਰਜ ਕਲਾ ਬਿਸਮਾਦੀ ਕੌਤਕ ਨਿਤ ਨਵੇਂ ਚਲਤ ਇਲਾਹੀ ਬਾਣੀ ਪ੍ਰੇਮ ਬਾਣੀ ਨਾਮ ਕਿਰਨਾ ਵਾਹੋ ਵਾਹੋ ਦੇ ਚਾਓ ਦੁਆਰਾ ਬੇਅੰਤ ਅਬਲਾਖੀ ਸ਼ਰਧਾਲੂ ਜਗਿਆਸੂ ਦੀਆਂ ਰੂਹਾਂ ਨੂੰ ਆਤਮਿਕ ਜੀਵਨ ਪਿਰਮ ਪਿਆਲਾ ਅੰਮ੍ਰਿਤ ਭੋਜਨ ਨਾਮਦਾਨ ਪਿਰਮ ਰਸ ਪ੍ਰਦਾਨ ਹੁੰਦਾ ਰਹਿੰਦਾ ਹੈ। ਹਾਂਜੀ, ਇਹ ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਹਾਂਜੀ, ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਸ਼ੂ ਪ੍ਰੇਤ ਤੋਂ ਮਾਨੁਖ ਕੀ ਹੈ? ਮਾਨਸ ਤੋਂ ਦੇਵਤੇ, ਦੇਵਤੇ ਤੋਂ ਬ੍ਰਹਮ ਗਿਆਨੀ, ਮਨਮੁਖ ਤੋਂ ਗੁਰਮੁਖ, ਸਾਕਤ ਤੋਂ ਸੇਵਕ, ਮਾਇਆ ਮੰਡਲ ਤੋਂ ਆਤਮ ਮੰਡਲ, ਦਿਮਾਗੀ ਗਿਆਨ ਤੋਂ ਬ੍ਰਹਮ ਗਿਆਨ, ਮਾਇਕੀ ਭਰਮ ਤੋਂ ਅਨੁਭਵੀ ਆਤਮਿਕ ਸੋਝੀ, ਅਗਨ ਸੋਕ ਸਾਗਰ ਤੋਂ ਆਤਮਿਕ ਠੰਡ, ਭੈ ਤੋਂ ਨਿਰਭਉ, ਕਾਲ ਤੋਂ ਅਕਾਲ, ਕੂੜ ਤੋਂ ਸੱਚ, ਮੈਂ ਮੇਰੀ ਤੋਂ ਤੂੰ ਤੇਰੀ, ਹੰਕਾਰ ਤੋਂ ਨਿਮਰਤਾ, ਮੈਲੇ ਤੋਂ ਨਿਰਮਲ, ਸੂਕੇ ਤੋਂ ਹਰੇ, ਦੁੱਖ ਕਲੇਸ਼ ਤੋਂ ਅਬਨਾਸੀ ਖੇਮ, ਚਿੰਤਾ ਚਿਖਾ ਤੋਂ ਸਦਾ ਮਨ ਚਾਓ, ਆਪ ਸਵਾਰਥੀ ਤੋਂ ਪਰ ਸਵਾਰਥੀ, ਝੂਠੇ ਰਸ ਤੋਂ ਮਹਾਰਸ, ਘਿਰਨਾ ਤੋਂ ਪਿਆਰ, ਬੁਰੇ ਤੋਂ ਭਲਾ। ਹਾਂਜੀ, ਇਲਾਹੀ ਸ਼ਕਤੀ ਤੋਂ ਇਹ ਸਾਡੇ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਅਸਲ ਵਿੱਚ ਜੀਵ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਿਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਭਾ ਹੈ, ਜਾਦੂ ਹੈ। ਹਾਂਜੀ, ਜੀਵ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਿਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਭਾ ਹੈ, ਜਾਦੂ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਸਾ ਸਿਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿਧ ਏਹਾ ਕਰਮਾਤ। ਜੇਕਰ ਸਾਡੇ ਮਾਇਕੀ ਮੰਡਲ ਦੇ ਮਾਨਸਿਕ ਜੀਵਨ ਵਿੱਚ ਉੱਪਰ ਦਸੀਆਂ ਤਬਦੀਲੀਆਂ ਨਹੀਂ ਆਉਂਦੀਆਂ ਤਾਂ ਇਹ ਸਭ ਬਾਹਰਮੁਖੀ ਰਿੱਧੀਆਂ ਸਿੱਧੀਆਂ ਕਰਾਮਾਤਾਂ, ਨਾਟਕ ਚੇਟਕ, ਜਾਦੂ ਟੂਣੇ ਨਿਹਫਲ, ਫੋਕਟ, ਨਿਰਮੂਲ, ਹਾਨੀਕਾਰਕ, ਭਰਮ ਭੁਲਾਵੇ ਹੀ ਹਨ, ਜਿਨ੍ਹਾਂ ਦੇ ਖਿੰਨ ਭੰਗਰ ਕੂੜੇ ਚਮਤਕਾਰਾਂ ਰਿੱਧ ਸਿੱਧ ਅਵਰਾ ਸਾਧ ਵਿੱਚ ਹੀ ਅਸੀਂ ਗਲਤਾਨ ਹੋ ਕੇ ਫਸੇ ਹੋਏ ਹਾਂ। ਬਿਨ ਨਾਵੇਂ ਖਾਨ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਕੁਦਰਤ ਦੇ ਕੁਆਓ ਦੀ ਰਚਨਾ, ਰਚਨਾ ਦੀ ਬਣਾਵਟ, ਬਣਾਵਟ ਵਿੱਚ ਭਿੰਨਤਾ, ਭਿੰਨਤਾ ਵਿੱਚ ਰੰਗਣ, ਰੰਗਣ ਵਿੱਚ ਕੋਮਲਤਾ, ਕੋਮਲਤਾ ਵਿੱਚ ਸੁਹੱਪਣ, ਸੁਹੱਪਣ ਵਿੱਚ ਖਿੱਚ, ਖਿੱਚ ਵਿੱਚ ਨਸ਼ਾ, ਨਸ਼ੇ ਵਿੱਚ ਮਸਤੀ, ਮਸਤੀ ਵਿੱਚ ਚਾਓ, ਚਾਓ ਵਿੱਚ ਖੇੜਾ, ਖੇੜੇ ਵਿੱਚ ਅਸਚਰਜਤਾ, ਅਸਚਰਜਤਾ ਵਿੱਚ ਵਾਹੋ ਵਾਹੋ, ਅਤੇ ਇਸ ਵਾਹੋ ਵਾਹੋ ਦੁਆਰਾ ਅੰਮ੍ਰਿਤ ਦਾ ਝਿਮ ਝਿਮ ਵਰਸਣਾ, ਸ਼ਬਦ ਦਾ ਗਜਣਾ, ਨਾਮ ਦੀ ਰੁਣ ਝੁਣ, ਪਿਰਮ ਪਿਆਲੇ ਦੀ ਮਸਤੀ, ਮਸਤੀ ਦਾ ਸਹਿਜ, ਗੁਰਪ੍ਰਸਾਦ ਆਦ ਅਨੇਕਾਂ ਆਤਮਿਕ ਦਾਤਾਂ ਦੇ ਕ੍ਰਿਸ਼ਮੇ ਵੀ ਇਲਾਹੀ ਬਖਸ਼ੀ ਜਾਂ ਰੱਬੀ ਕਰਾਮਾਤ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਬਾਹਰਮੁਖੀ ਕੁਦਰਤ ਵਿੱਚ ਪੌ ਫੁੱਟਣੀ, ਸੂਰਜ ਦੀ ਚਾਲ, ਸੂਰਜ ਦੀ ਲਾਲੀ, ਸੂਰਜ ਦਾ ਛੁਪਣਾ, ਰਾਤ ਦਾ ਹਨੇਰਾ, ਹਵਾ ਦੀ ਛਾਂ ਛਾਂ ਵਿੱਚ, ਪਾਣੀ ਦੀ ਲਵ ਲਵ ਵਿੱਚ, ਚਿੜੀਆਂ ਦੀ ਚੂੰ ਚੂੰ ਵਿੱਚ, ਬੱਚੇ ਦੇ ਰੋਣ ਵਿੱਚ, ਖੁਸ਼ੀ ਦੇ ਹਾਸੇ ਵਿੱਚ, ਹਾਸੇ ਦੇ ਪ੍ਰਗਟਾਵੇ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਜੋਬਨ ਵਿੱਚ, ਜੋਬਨ ਦੀ ਮਸਤੀ ਵਿੱਚ, ਮਸਤੀ ਦੇ ਨਸ਼ੇ ਵਿੱਚ, ਅੱਖ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕੁਦਰਤ ਦੇ ਸੁਹੱਪਣ ਵਿੱਚ, ਕੁਦਰਤ ਦੀ ਕੋਮਲਤਾ ਵਿੱਚ, ਕੋਮਲਤਾ ਦੀ ਨਜ਼ਾਕਤ ਵਿੱਚ, ਨਜ਼ਾਕਤ ਦੀ ਅਦਾ ਵਿੱਚ, ਅਦਾ ਦੇ ਜਾਦੂ ਵਿੱਚ, ਫੁੱਲ ਦੀ ਰੰਗਤ ਵਿੱਚ, ਫੁੱਲ ਦੇ ਖੇੜੇ ਵਿੱਚ, ਫੁੱਲ ਦੀ ਕੋਮਲਤਾ ਵਿੱਚ, ਫੁੱਲ ਦੀ ਖੁਸ਼ਬੂ ਵਿੱਚ ਆਦ
ਅਨੇਕਾਂ ਕੁਦਰਤੀ ਕਰਿਸ਼ਮਿਆਂ ਵਿੱਚ ਵੀ ਇਲਾਹੀ ਕਰਾਮਾਤਾਂ ਦਾ ਹੀ ਅਕਸ ਅਤੇ ਪ੍ਰਗਟਾਵਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ। ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਬਿਧ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।